बट G20 च इस मुद्दे ते चर्चा क्यों नहीं हुई? दिस इज द मोस्ट इंपॉर्टेंट इशू कि सानू देश नू डिस्टर्ब करने वाले लोग ਜਿਹੜੇ ਕੈਨੇਡਾ ਦੇ ਵਿੱਚ ਬੈਠੇ ਹੈ, ਕਿਉਂ ਨਹੀਂ ਕੈਨੇਡਾ ਸਾਨੂੰ ਉਹਨਾਂ ਬੰਦਿਆਂ ਨੂੰ ਦਿੰਦਾ? ਵਿਦਆਊਟ ਐਨੀ ਇਨਕੁਆਇਰੀ, ਵਿਦਆਊਟ ਐਨੀ ਕੋਈ ਹਾਈ ਲੈਵਲ ਪ੍ਰੋਬ, ਵਿਦਆਊਟ ਐਨੀ ਕੋਈ ਪ੍ਰੂਫ, ਜਸਟਿਨ ਟਰੂਡੋ ਦਾ ਇਹ ਗੱਲ ਕਹਿ ਦੇਣਾ ਕਿ ਇਹ ਪ੍ਰਧਾਨ ਮੰਤਰੀ ਦੀ ਕੱਦ ਦਾ ਬਿਆਨ ਨਹੀਂ ਹੈ ਔਰ ਬੇਹੱਦ ਗਲਤ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਮੈਨੂੰ ਰਾਜਨੀਤਿਕ ਦੀ ਇਹਦੇ ਵਿੱਚੋਂ ਬੋ ਵੀ ਨਜ਼ਰ ਆਉਂਦੀ ਹੈ ਕਿ ਇਲੈਕਸ਼ਨ ਆ ਗਿਆ, ਬਿਕੋਜ਼ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਹਿੰਦੁਸਤਾਨ ਤੋਂ ਇਹ ਗੱਲ ਸਿੱਖ ਗਏ ਕਿ ਸਾਨੂੰ ਵੀ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਨੀ ਚਾਹੀਦੀ ਇੱਕ ਤਰਫਾ ਹੋ ਕੇ। ਇਦਾਂ ਕਿਦਾਂ ਤੁਸੀਂ ਕਿਸੇ ਕੰਟਰੀ ਤੇ ਬਲੇਮ ਲਾ ਸਕਦੇ ਹੋ? ਇਹ ਬਿਲਕੁਲ ਚੰਗਾ ਫੈਸਲਾ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਕੀਤਾ, ਕਿਉਂਕਿ ਅਗਰ ਤੁਸੀਂ ਉਹਨਾਂ ਦੇ ਵੀਜ਼ਾਸ ਨਹੀਂ ਦਿਓਗੇ ਜਾਂ ਕੈਨਸਲ ਕਰ ਦਿਓਗੇ, ਉਹਨਾਂ ਦਾ ਕੀ ਕਸੂਰ ਹੈ? ਜਸਟਿਨ ਟਰੂਡੋ ਨੇ ਬਿਆਨ ਦਿੱਤਾ। ਕੈਨੇਡਾ ਦੇ ਨਾਲ ਭਾਰਤ ਦਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਔਰ ਹੁਣ ਭਾਰਤ ਸਰਕਾਰ ਦੇ ਵੱਲੋਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਰੋਕ ਲਗਾ ਦਿੱਤੀ ਹੈ। ਇਸ ਵੇਲੇ ਪੰਜਾਬ ਤੇ ਕਿਸ ਤਰੀਕੇ ਦਾ ਅਸਰ ਪੈ ਰਿਹਾ ਹੈ, ਕਿਉਂਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਹ ਕੈਨੇਡਾ ਬੈਠੇ ਨੇ ਔਰ ਕੈਨੇਡਾ ਦੇ ਸਿਟੀਜ਼ਨ ਵੀ ਨੇ। ਮੇਰੇ ਨਾਲ ਰਾਜਾ ਵੜਿੰਗ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ। ਵੜਿੰਗ ਸਾਹਿਬ, ਇਸ ਪੂਰੇ ਘਟਨਾਕ੍ਰਮ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਕਈ ਸਾਰੇ ਮੈਂਬਰ ਪਾਰਲੀਮੈਂਟ ਦੇ ਨਾਲ ਗੱਲਬਾਤ ਹੋ ਰਹੀ ਹੈ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ। ਉਹ ਇਹ ਕਹਿ ਰਹੇ ਕਿ ਜਸਟਿਨ ਟਰੂਡੋ ਇਸ ਪੂਰੇ ਮਸਲੇ ਤੇ ਸਿਆਸਤ ਕਰ ਰਹੇ ਨੇ, ਉਹਨਾਂ ਨੂੰ ਜਗਮੀਤ ਸਿੰਘ ਦੀ ਸਪੋਰਟ ਹੈ, ਜਗਮੀਤ ਸਿੰਘ ਨੇ ਥ੍ਰੈਟ ਕੀਤਾ ਹੈ, ਇਸ ਕਰਕੇ ਉਹ ਇਸ ਤਰੀਕੇ ਦੇ ਬਿਆਨ ਦੇ ਰਹੇ। ਦੇਖੋ ਜਸਟਿਨ ਟਰੂਡੋ ਕੀ ਕਰ ਰਿਹਾ ਹੈ ਐਂਡ ਐਕਚੁਅਲੀ ਚ ਕੀ ਗੱਲ ਹੈ, ਟੂ ਬੀ ਵੈਰੀ ਓਨੈਸਟ, ਇਹ ਸਭ ਨੂੰ ਕੈਨੇਡਾ ਦੇ ਜਿਹੜੇ ਸੈਨੇਟਰਸ ਹੋਣਗੇ ਜਾਂ ਐਮਪੀਜ਼ ਹੋਣਗੇ ਉਹਨਾਂ ਨੂੰ ਤਾਂ ਮਾਈਟ ਬੀ ਦੇ ਹੈਵ ਅ ਨੌਲੇਜ। ਅਸਲ ਵਿੱਚ ਅਸੀਂ ਹੁਣ ਪੰਜਾਬ 'ਚ ਬੈਠੇ ਇਸ ਬਾਰੇ ਕੋਈ ਟਿੱਪਾ ਟਿੱਪਣੀ ਕਰ ਦਈਏ ਤਾਂ ਪਤਾ ਨਹੀਂ ਹੈ, ਬਟ ਹਾਂ ਇਹ ਗੱਲ ਜ਼ਰੂਰ ਹੈ ਕਿ ਵਿਦਆਊਟ ਐਨੀ ਇਨਕੁਆਇਰੀ, ਵਿਦਆਊਟ ਐਨੀ ਕੋਈ ਹਾਈ ਲੈਵਲ ਪ੍ਰੋਬ, ਵਿਦਆਊਟ ਐਨੀ ਕੋਈ ਪ੍ਰੂਫ, ਜਸਟਿਨ ਟਰੂਡੋ ਦਾ ਇਹ ਗੱਲ ਕਹਿ ਦੇਣਾ ਕਿ ਇਦਾਂ ਇਹ ਦੇਸ਼ ਹਿੰਦੁਸਤਾਨ ਦੀ ਸਾਜ਼ਿਸ਼ ਹੈ, ਉਹਨਾਂ ਨੇ ਮਰਵਾਇਆ ਹੈ, ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦੀ ਕੱਦ ਦਾ ਬਿਆਨ ਨਹੀਂ ਹੈ ਔਰ ਬੇਹੱਦ ਗਲਤ ਉਹਨਾਂ ਨੇ ਇਹ ਬਿਆਨ ਦਿੱਤਾ। ਕਦੇ ਕਦੇ ਮੈਨੂੰ ਰਾਜਨੀਤਿਕ ਦੀ ਇਹਦੇ ਵਿੱਚੋਂ ਬੋ ਵੀ ਨਜ਼ਰ ਆਉਂਦੀ ਹੈ ਕਿ ਇਲੈਕਸ਼ਨ ਆ ਗਿਆ, ਦਿਸ ਇਜ਼ ਆਲ ਜਿਹੜਾ ਦੇਸ਼ ਦੇ ਵਿੱਚ ਹੋਇਆ ਪੋਲਰਾਈਜੇਸ਼ਨ ਕਰਨ ਦਾ ਅੱਜ ਕੱਲ੍ਹ ਕੰਮ ਚੱਲਦਾ। ਕੋਈ ਹਿੰਦੂ ਦੀ ਗੱਲ ਕਰਦਾ, ਕੋਈ ਮੁਸਲਮਾਨ ਦੀ ਗੱਲ ਕਰਦਾ, ਕੋਈ ਸਿੱਖ ਦੀ ਗੱਲ ਕਰਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਪੂਰੀ ਦੁਨੀਆ ਦੇ ਲੋਕ ਬਿਕੋਜ਼ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਹਿੰਦੁਸਤਾਨ ਤੋਂ ਇਹ ਗੱਲ ਸਿੱਖ ਗਏ ਕਿ ਸਾਨੂੰ ਵੀ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਨੀ ਚਾਹੀਦੀ ਇੱਕ ਤਰਫਾ ਹੋ ਕੇ। ਮੈਂ ਅਮਰੀਕਾ ਗਿਆ ਸੀ, ਉੱਥੇ ਵੀ ਜਿਹੜੇ ਰੈਡ ਨੈਕ ਨੇ, ਕੰਟਰੀ ਸਾਈਡ ਗੋਰੇ ਰਹਿੰਦੇ ਨੇ, ਉਹ ਇਹ ਗੱਲ ਕਹਿੰਦੇ ਕਿ ਨਹੀਂ ਜਿਹੜਾ ਟਰੰਪ ਸੀਗਾ ਇਹ ਸਾਡੀ ਗੱਲ ਕਰਦਾ ਸੀਗਾ। ਸੋ ਇਹ ਇਦਾਂ ਦੀ ਕਹਾਣੀ ਮੈਨੂੰ ਲੱਗਦਾ ਇਹ ਚੱਲ ਰਹੀ ਹੈ। ਬਟ ਆਈ ਟੋਟਲੀ ਕੰਡੈਮ ਜਿਹੜਾ ਜਸਟਿਨ ਟਰੂਡੋ ਨੇ ਹਿੰਦੁਸਤਾਨ ਦੇ ਬਾਰੇ ਬਿਆਨ ਦਿੱਤਾ। ਤੁਸੀਂ ਕਹਿ ਰਹੇ ਹੋ ਜਸਟਿਨ ਟਰੂਡੋ ਪੋਲਰਾਈਜੇਸ਼ਨ, ਕਿਉਂਕਿ 2025 ਚ ਉੱਥੇ ਚੋਣ ਹੋਣੀ ਹੈ ਤਾਂ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ। ਆਈ ਥਿੰਕ ਸੋ, ਜਿਸ ਪ੍ਰਕਾਰ ਦਾ ਬਿਆਨ ਦਿੱਤਾ। ਅਦਰਵਾਈਜ਼ ਇਸ ਸਮੇਂ ਹੁਣੇ ਤਾਂ ਜਸਟਿਨ ਟਰੂਡੋ ਇੱਥੇ ਆ ਕੇ ਗਏ, ਇਸ ਸਮੇਂ ਇਸ ਤਰ੍ਹਾਂ ਦਾ ਬਿਆਨ ਐਂਡ ਵਿਦਆਊਟ ਐਨੀ ਰੀਜ਼ਨ, ਵਿਦਆਊਟ ਐਨੀ ਪ੍ਰੋ, ਮਰਡਰ ਹੋ ਗਿਆ, ਬੰਦਾ ਮਰ ਗਿਆ, ਯੂ ਜਸਟ ਡੂ ਅ ਇਨਕੁਆਇਰੀ ਐਂਡ ਮੇਰਾ ਖਿਆਲ UNO ਇਜ਼ ਦੇਅਰ, ਤੁਸੀਂ ਉੱਥੇ ਗੱਲ ਕਰੋ, ਦੈਨ ਤੁਸੀਂ ਕਿਸੇ ਕੰਟਰੀ ਤੇ ਇਸ ਤਰ੍ਹਾਂ ਬਲੇਮ ਲਾ ਸਕਦੇ ਹੋ। ਇਦਾਂ ਕਿਦਾਂ ਤੁਸੀਂ ਕਿਸੇ ਕੰਟਰੀ ਤੇ ਬਲੇਮ ਲਾ ਸਕਦੇ ਹੋ ਕਿ ਫਲਾਣੇ ਬਹੁਮਤ ਦੇ ਵਿੱਚ ਨਹੀਂ ਹੈ। ਜਗਮੀਤ ਸਿੰਘ ਹੋਰਾਂ ਦੀ ਸਪੋਰਟ ਹੈ। ਕੁਝ ਲੋਕ ਇਹ ਵੀ ਕਹਿ ਰਹੇ ਹੈ ਕਿ ਜਗਮੀਤ ਸਿੰਘ ਖਾਲਿਸਤਾਨ ਸਪੋਰਟਰ ਨੇ, ਉਹਨਾਂ ਨੇ ਆਪਣੀ 26 ਜਿਹੜੇ ਉੱਥੇ MP ਨੇ ਉਹ ਖਿੱਚ ਨਾ ਲੈਣ, ਇਸ ਗੱਲ ਨੂੰ ਲੈ ਕੇ ਵੀ ਜਸਟਿਨ ਟਰੂਡੋ ਇਸ ਤਰੀਕੇ ਦੇ ਬਿਆਨ ਦੇ ਰਹੇ। ਨਹੀਂ, ਟੂ ਬੀ ਵੈਰੀ ਓਨੈਸਟ ਆਈ ਡੋਂਟ ਨੋ। ਹਾਂ ਇਹ ਤਾਂ ਹੈ ਕਿ ਜਗਮੀਤ ਸਿੰਘ ਦੀ ਸਪੋਰਟ ਉਹ ਕਰ ਰਿਹਾ ਐਂਡ ਹੀ ਇਜ਼ ਅ ਪ੍ਰੋ, ਥੋੜਾ ਪ੍ਰਮੋਟ ਕਰਦਾ, ਬਟ ਐਵੇਂ ਮੈਂ ਕਹਿ ਦਿਆਂ ਵਿਦਆਊਟ ਐਨੀ ਰੀਜ਼ਨ ਵਾਈਲ ਆਈ ਡੋਂਟ ਨੋ ਕਿ ਹੈ ਕੀ ਜਗਮੀਤ ਸਿੰਘ ਦੀ ਕੀ ਸੱਚਾਈ ਹੈ। ਹਾਂ ਇਹ ਤਾਂ ਮੈਨੂੰ ਪਤਾ ਕਿ ਜਗਮੀਤ ਸਿੰਘ ਨੇ ਅਨਕੰਡੀਸ਼ਨਲੀ ਜਿਹੜੀ ਸਪੋਰਟ ਕੀਤੀ ਵੀ ਹੈ ਸਰਕਾਰ ਨੂੰ, ਉਹ ਕੱਲ ਨੂੰ ਵਾਪਸ ਲੈਂਦਾ ਤਾਂ ਨੈਚੁਰਲੀ ਸਰਕਾਰ ਨੂੰ ਖਤਰਾ ਹੋ ਸਕਦਾ। ਬਟ ਆਈ ਡੋਂਟ ਨੋ ਵਾਟ ਇਜ਼ ਦ ਟਰੁਥ, ਟੂ ਬੀ ਵੈਰੀ ਓਨੈਸਟ। ਜਿੰਨੀ ਗੱਲ ਜਾਣਕਾਰੀ ਨਾ ਹੋਵੇ ਉਨੀ ਬੋਲੀਏ, ਪਰ ਉਹਨਾਂ ਦਾ ਬਿਆਨ ਬੜਾ ਮੰਦਭਾਗਾ ਸੀ। ਕਿਉਂ ਦਿੱਤਾ, ਕਿਨ ਕਾਰਨਾਂ ਕਰਕੇ ਦਿੱਤਾ, ਸਰਕਾਰ ਬਚਾਉਣ ਵਾਸਤੇ ਦਿੱਤਾ, ਜਗਮੀਤ ਸਿੰਘ ਨੂੰ ਖੁਸ਼ ਕਰਨ ਵਾਸਤੇ ਦਿੱਤਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਕਿ ਸਿਟੀਜ਼ਨ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉੱਥੋਂ ਕੈਨੇਡਾ ਦੇ ਸਿਟੀਜ਼ਨ ਹੋ ਗਏ। ਹੁਣ ਵੀਜ਼ੇ ਤੇ ਜਿਹੜੀ ਰੋਕ ਲੱਗੀ ਹੈ, ਬਹੁਤ ਸਾਰੇ ਨਿਊਜ਼ 18 ਨੂੰ ਵੀ ਫੋਨ ਆ ਰਹੇ ਆ, ਤੁਹਾਡੇ ਤੱਕ ਵੀ ਪਹੁੰਚ ਕਰ ਰਹੇ ਹੋਣੇ ਆ, ਦੁਵਿਧਾ ਦੇ ਵਿੱਚ ਨੇ। ਗੱਲਬਾਤ ਹੋਈ ਹੈ ਕੀ ਇਸ ਸਟੈਪ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਤੋਂ ਬਾਅਦ ਇੱਕ ਤਲਖੀ ਵੱਧ ਰਹੀ ਹੈ ਔਰ ਵੱਡੇ ਫੈਸਲੇ ਲਿੱਤੇ ਜਾ ਰਹੇ। ਦੇਖੋ ਇਹ ਬਿਲਕੁਲ ਚੰਗਾ ਫੈਸਲਾ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਕੀਤਾ, ਕਿਉਂਕਿ ਬਹੁਤ ਸਾਰੇ ਹਿੰਦੁਸਤਾਨੀ ਜਿਹੜੇ ਆ ਉਹ ਕੈਨੇਡਾ ਦੀ ਧਰਤੀ ਤੇ ਵਸੇ ਹੋਏ ਆ ਐਂਡ ਖਾਸ ਕਰਕੇ ਬਹੁਤ ਸਾਰੇ ਪੰਜਾਬੀ ਕੈਨੇਡੀਅਨ
ਦੀ ਧਰਤੀ ਤੇ ਵਸੇ ਹੋਏ, ਜਿੱਥੋਂ ਤੱਕ ਮੇਰਾ ਪੰਜਾਬ ਨਾਲ ਤਾਲੁਕਾਤ ਹੈ, ਜਿਨ੍ਹਾਂ ਕੋਲੇ ਕੈਨੇਡੀਅਨ ਪਾਸਪੋਰਟਸ ਉਹਨਾਂ ਦੇ ਹੋ ਗਏ, ਉਹ ਸਿਟੀਜ਼ਨਸ਼ਿਪ ਲੈ ਲਈ ਉਹਨਾਂ ਨੇ ਹੁਣ ਤਿਉਹਾਰ ਆ ਰਿਹਾ, ਦੀਵਾਲੀ ਆ ਰਿਹਾ, ਵਿਆਹਾਂ ਦਾ ਮੌਸਮ ਆ ਰਿਹਾ, ਉਹਨਾਂ ਨੇ ਇੱਥੇ ਆਉਣਾ ਹੈ, ਦੁੱਖ ਸੁੱਖ ਦੇ ਵਿੱਚ ਆਉਣਾ ਹੈ। ਅਗਰ ਤੁਸੀਂ ਉਹਨਾਂ ਦੇ ਵੀਜ਼ਾਸ ਨਹੀਂ ਦਿਓਗੇ ਜਾਂ ਕੈਂਸਲ ਕਰ ਦਿਓਗੇ, ਉਹਨਾਂ ਦਾ ਕੀ ਕਸੂਰ ਹੈ? ਜਸਟਿਨ ਟਰੂਡੋ ਨੇ ਬਿਆਨ ਦਿੱਤਾ, ਤੁਸੀਂ ਉਹਨਾਂ ਨੂੰ ਟੰਗਤਾ ਫੜ ਕੇ ਹਿੰਦੁਸਤਾਨੀਆਂ ਨੂੰ ਕਿ ਉਹ ਇੱਥੇ ਨਹੀਂ ਆ ਸਕਦੇ। ਮੈਂ ਇਹ ਕਹਿਣਾ ਕਿ ਇਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਔਰ ਇਹ ਫੈਸਲਾ ਹਿੰਦੁਸਤਾਨ ਦੀ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਔਰ 100% ਇਹ ਜਿਹੜਾ ਫੈਸਲਾ ਹੈਗਾ ਇਹ ਪੰਜਾਬੀਆਂ ਦੇ ਖਿਲਾਫ ਫੈਸਲਾ ਹੈਗਾ। ਇਹ ਜਾਣਬੁੱਝ ਕੇ ਸਾਡੇ ਨਾਲ ਇਹ ਹਮੇਸ਼ਾ ਇਹੋ ਜੀ ਗੇਮ ਨਾ ਖੇਡੀ ਜਾਵੇ। ਸਾਨੂੰ ਵਾਰ-ਵਾਰ ਚੇਤੇ ਨਾ ਕਰਾਉਣ ਕਿ ਬੀਜੇਪੀ ਪੰਜਾਬ ਦੇ ਖਿਲਾਫ ਹੈ। ਸਿੱਧੂ ਮੂਸੇਵਾਲੇ ਦਾ ਕਤਲ ਜਿਸ ਦੇ ਵੱਲੋਂ ਕਰਵਾਇਆ ਜਾਂਦਾ, ਗੋਲਡੀ ਬਰਾੜ, ਉਹ ਕੈਨੇਡਾ ਬੈਠੇ ਹੋਣ ਦੀ ਖਬਰ ਹੈ। ਬਹੁਤ ਸਾਰੀ ਲਿਸਟ ਜਿਹੜੀ ਹੈ, ਜਿਹੜੇ ਪੰਜਾਬ ਨੂੰ ਡਿਸਟਰਬ ਕਰਦੇ ਨੇ ਜਾਂ ਹਿੰਦੁਸਤਾਨ ਨੂੰ ਡਿਸਟਰਬ ਕਰਦੇ ਨੇ, ਉਹ ਲਿਸਟ ਵੀ ਐਨਆਈਏ ਵੱਲੋਂ ਦਿੱਤੀ ਗਈ। ਐਕਸ਼ਨ ਨਹੀਂ ਹੁੰਦਾ। ਜਸਟਿਨ ਟਰੂਡੋ ਕਿਉਂ ਨਹੀਂ ਐਕਸ਼ਨ ਲੈਂਦੇ? ਜਾਂ ਉਹ ਕਹਿੰਦੇ ਨੇ ਕਿ ਇੱਥੇ ਤਾਂ ਹਰ ਕਿਸੇ ਨੂੰ ਫਰੀडम ਹੈ ਆਪਣੀ ਗੱਲ ਰੱਖਣ ਦੀ। ਬਿਲਕੁਲ ਇਹ ਗੱਲ ਸੱਚ ਹੈ ਤੁਸੀਂ ਜੋ ਕਹਿ ਰਹੇ ਹੋ। ਬਹੁਤ ਸਾਰੇ ਲੋਕ ਐਸੇ ਜਿਹੜੇ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਕਰਦੇ, ਉਹ ਕੈਨੇਡਾ ਦੇ ਵਿੱਚ ਬੈਠੇ ਨੇ, ਕਾਫੀ ਲੰਬੇ ਸਮੇਂ ਤੋਂ ਬੈਠੇ ਨੇ। ਬਟ ਮੈਂ ਇੱਥੇ ਮੈਂ ਕਹਿਣਾ ਨਾ ਕਿ ਮੈਨੂੰ ਸ਼ੱਕ ਲੱਗ ਰਿਹਾ ਕਿ ਜਿਹੜੀ ਪੋਲਰਾਈਜੇਸ਼ਨ, ਗੇਮ ਆਫ ਵੋਟਸ ਸਰਕਾਰਾਂ ਦੀ, ਹੁਣ ਇਹ G20 ਹੋਇਆ ਸੀ, ਇੱਥੇ ਜਸਟਿਨ ਟਰੂਡੋ ਆਏ ਸੀ। ਮੈਂ ਫੋਟੋ ਦੇਖਿਆ ਸੀ ਕਿਸ ਪ੍ਰਕਾਰ ਨਾਲ ਸਵਾਗਤ ਜਸਟਿਨ ਟਰੂਡੋ ਦਾ ਕੀਤਾ ਗਿਆ। ਜਸਟਿਨ ਟਰੂਡੋ ਨੂੰ ਕਿਵੇਂ ਜੱਫੀਆਂ ਪਾਈਆਂ ਗਈਆਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ, ਮੋਦੀ ਸਾਹਿਬ ਵੱਲੋਂ। ਦੇਣਾ ਵੀ ਚਾਹੀਦਾ, ਕੋਈ ਮਾੜੀ ਗੱਲ ਨਹੀਂ ਕੀਤੀ। ਬਟ G20 ਚ ਇਸ ਮੁੱਦੇ ਤੇ ਚਰਚਾ ਕਿਉਂ ਨਹੀਂ ਹੋਈ? ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਇਸ਼ੂ ਕਿ ਸਾਨੂੰ ਦੇਸ਼ ਨੂੰ ਡਿਸਟਰਬ ਕਰਨ ਵਾਲੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਹੈ, ਕਿਉਂ ਨਹੀਂ ਕੈਨੇਡਾ ਸਾਨੂੰ ਉਹਨਾਂ ਬੰਦਿਆਂ ਨੂੰ ਦਿੰਦਾ? ਵਾਈ ਯੂ ਆਰ ਨਾਟ ਟਾਕਿੰਗ? ਨਹੀਂ, ਮੈਂ ਕਹਿੰਦਾ 100% ਲਿਆਉਣਾ ਚਾਹੀਦਾ। ਬਟ ਗੱਲ ਕਿਹਨੇ ਕਰਨੀ ਸੀ? ਦੇਸ਼ ਦੇ ਪ੍ਰਧਾਨ ਮੰਤਰੀ ਨੇ, ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜਿੱਥੇ ਸਾਰੇ ਦੇਸ਼ ਇਕੱਠੇ ਹੋਏ ਹੋਏ ਹੈ ਔਰ ਇਸ ਤੇ ਚਰਚਾ ਹੋਣੀ ਚਾਹੀਦੀ ਸੀ। ਇਸ ਤੋਂ ਕੋਈ ਇੰਪੋਰਟੈਂਟ ਇਸ਼ੂ ਹੈਗਾ? ਕਹਿੰਦੇ ਐਨਆਈਏ ਨੇ ਲਿਸਟ ਦਿੱਤੀ, ਐਨਆਈਏ ਨੇ ਲਿਸਟ ਦਿੱਤੀ ਔਰ ਇਹ ਗੱਲ ਪ੍ਰਧਾਨ ਮੰਤਰੀ ਨੇ ਵੀ ਰੱਖੀ, ਕੈਨੇਡਾ ਦੇ ਪ੍ਰਧਾਨ ਮੰਤਰੀ। ਨਾ ਤਾਂ ਲਿਸਟ ਕਿਸੇ ਨੇ ਵੇਖੀ, ਨਾ ਕਿਸੇ ਨੇ ਲਿਸਟ ਦਿੱਤੀ, ਨਾ ਕਿਸੇ ਨੇ ਬਰੀਫ ਕੀਤਾ। ਪੀਐਮਓ ਦੇ ਸਪੋਕਸਪਰਸਨ ਨੂੰ ਬਰੀਫ ਕਰਨਾ ਚਾਹੀਦਾ ਸੀ, G20 ਚ ਕਿਸੇ ਨੂੰ ਬਰੀਫ ਕਰਨਾ ਚਾਹੀਦਾ ਸੀ। ਇਹੀ ਗੱਲਾਂ ਹੈ, ਬਾਅਦ ਚ ਆਪਦੀ ਗੱਲ ਮੀਡੀਆ ਦੇ ਰਾਹੀਂ ਕਹਿ ਦਿੰਦੇ ਆ ਕਿ ਅਸੀਂ ਇੱਕ ਲਿਸਟ ਦਿੱਤੀ, ਪ੍ਰਧਾਨ ਮੰਤਰੀ ਨੂੰ ਦਿੱਤੀ। ਨਾ ਤਾਂ ਅਸੀਂ ਲਿਸਟ ਦਿੰਦੇ ਦੇਖਿਆ, ਨਾ ਮੁੱਦਾ ਚੱਕਦੇ ਦੇਖਿਆ, ਨਾ ਕਿਸੇ ਸਪੋਕ। ਇਟਸ ਲਾइक अनदर पुलवामा कि पुलवामा में हमने भाई एयर स्ट्राइक कर दी, इतने मार दी। वो जिथे एयर स्ट्राइक की उत्थे तो कोई बंदा मरिया ही नहीं। मेरे कहने का मतलब ਤੁਹਾਨੂੰ G20 ਚ ਇਹਦੇ ਤੇ ਜਸਟਿਨ ਟਰੂਡੋ ਦਾ ਬਿਆਨ ਲੈਣਾ ਚਾਹੀਦਾ ਸੀ। ਉਹ ਬਾਹਰ ਆके कहना कि मेरे को इन्होंने लिस्ट दी है तो हम इन लोगों को हिंदुस्तान वापस भेजेंगे जाते ही इनका रिकॉर्ड देखते हुए। ਇਹ ਫालतू ਦੀਆਂ ਗੱਲਾਂ ਹੈ। ਜਿੱਥੇ ਇੰਪੋਰਟੈਂਟ ਗੱਲ ਕਰਨੀ ਹੁੰਦੀ ਉੱਥੇ ਤਾਂ ਕੋਈ ਕਰਦਾ ਨਹੀਂ। ਇਹ ਵੀ ਵਾਵਾ ਖੱਟਣ ਵਾਸਤੇ, ਇੱਕ ਚਮਕਾਉਣ ਵਾਸਤੇ ਕੰਮ ਸੀਗਾ। ਅਦਰਵਾਈਜ਼ ਜੇ ਇਹ ਨਹੀਂ G20 ਚ ਗੱਲ ਕੀਤੀ ਤਾਂ ਹੋਰ ਕਿਹੜੀਆਂ G20 ਚ ਗੱਲਾਂ ਕਰਨੀਆਂ ਸੀ? ਪੰਜਾਬ ਨੇ ਇੱਕ ਸ਼ੁਭ ਗਵਾ ਲਿਆ, ਮੂਸੇਵਾਲਾ। ਹੁਣ ਇੱਕ ਸ਼ੁਭ ਨੂੰ ਲੈ ਕੇ ਹੋਰ ਵਿਵਾਦ ਸ਼ੁਰੂ ਹੋ ਗਿਆ। ਪ੍ਰੋਗਰਾਮ ਕੈਂਸਲ ਕਰ ਦਿੱਤੇ ਗਏ, ਸਪਾਂਸਰਸ਼ਿਪ ਵਾਪਸ ਲਿੱਤੀ ਜਾ ਰਹੀ ਹੈ। ਸ਼ੁਭ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਮੇਰਾ ਕੋਈ ਰੋਲ ਨਹੀਂ ਹੈ, ਮੇਰਾ ਭਾਰਤ ਹੈ, ਮੇਰਾ ਪੰਜਾਬ ਹੈ, ਮੈਂ ਪਿਆਰ ਕਰਦਾ ਵਾਂ, ਮੈਨੂੰ ਇਸ ਤਰੀਕੇ ਨਾਲ ਨਾ ਕੀਤਾ ਜਾਵੇ। बीजेपी हर पंजाबी नौजवान ਨੂੰ ਲੇਬਲ ਕਰਨਾ ਚਾਹੁੰਦੀ ਹੈ ਕਿ that he is ਖਾਲਿਸਤਾਨੀ। ਮੈਂ ਇਹ ਕਹਿਣਾ ਚਾਹੁੰਦਾ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ, ਆਦਰਨੀय ਅਮਿਤ ਸ਼ਾਹ ਜੀ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਹਰ ਪੰਜਾਬੀ ਖਾਲਿਸਤਾਨੀ ਨਹੀਂ ਹੈ, ਹਰ ਪੱਗ ਬੰਨਣ ਵਾਲਾ ਖਾਲਿਸਤਾਨੀ ਨਹੀਂ ਹੈ। ਅਸੀਂ ਇਸ ਦੇਸ਼ ਤੇ ਮਰਨ ਵਾਲੇ ਲੋਕ ਹਾਂ। ਉਹ 25 ਸਾਲ ਦਾ ਨੌਜਵਾਨ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਇਆ, ਜਿਹੜਾ ਕਹਿੰਦਾ ਮੈਂ ਅੱਜ ਹਿੰਦੁਸਤਾਨ ਨੂੰ ਪਿਆਰ ਕਰਦਾ ਹੈ, ਜਿਹਨੇ ਕਲੈਰੀਫਿਕੇਸ਼ਨ ਵੀ ਦੇ ਰਹੀ ਹੈ ਤੁਹਾਡਾ ਯੁਵਾ ਮੋਰਚਾ, ਤੁਹਾਡੇ ਕਹਿਣ ਤੇ ਬੀਜੇਪੀ ਦਾ